ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਪਹਿਲਾ। ਹਮ ਜੀਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ਮੈਂ ਰਵਦ ਬਾਦਸ਼ਾਹ ਅਫਜੂ ਖੁਦਾਏ। ਏਕ ਤੂੰ ਹੀ ਏਕ ਤੂੰ ਹੀ। ਗੁਰੂ ਜੀ ਇਸ ਪੌੜੀ ਦੇ ਪਹਿਲੇ ਸ਼ਲੋਕ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਹਮ ਜੇਰ ਜਿਮੀ। ਜੇਰ ਦਾ ਮਤਲਬ ਹੇਠਾਂ, ਥੱਲੇ, ਜਿਮੀ ਮਤਲਬ ਧਰਤੀ। ਦੁਨੀਆ ਪੀਰਾ ਮਸਾਇਕਾ ਰਾਇਆ। ਦੁਨੀਆ ਦਾ ਮਤਲਬ ਦੁਨੀਆ, ਸਾਰੇ ਲੋਕ ਹੀ ਆ ਗਏ ਜੀ। ਪੀਰਾਂ ਦਾ ਮਤਲਬ ਪੀਰ ਦੀ ਗੱਲ ਕੀਤੀ ਹੈ। ਮਸਾਇਕਾ ਮਤਲਬ ਸ਼ੇਖ। ਰਾਇਆ ਮਤਲਬ ਆਮ ਲੋਕ ਆਦਿਕ। ਠੀਕ ਹੈ ਜੀ। ਦੁਨੀਆ ਦੇ ਸਾਰੇ ਲੋਕ, ਜਿਵੇਂ ਕੋਈ ਪੀਰ ਹੈ, ਚਾਹੇ ਕੋਈ ਸ਼ੇਖ ਹੈ, ਚਾਹੇ ਕੋਈ ਰਾਇਆ ਮਤਲਬ ਆਮ ਲੋਕ ਨੇ, ਪ੍ਰਜਾ ਹੈ। ਸਾਰੀ ਦੁਨੀਆ ਧਰਤੀ ਦੇ ਥੱਲੇ ਅੰਤ ਨੂੰ ਆ ਜਾਂਦੇ ਹਨ। ਭਾਵ ਸਭ ਨੇ ਇੱਕ ਦਿਨ ਇਸ ਧਰਤੀ ਵਿੱਚ ਹੀ ਖਾਕ ਹੋ ਜਾਣਾ ਹੈ। ਗੁਰੂ ਨਾਨਕ ਪਾਤਸ਼ਾਹ ਗੱਲਾਂ ਸਾਨੂੰ ਕਿਉਂ ਸਮਝਾ ਰਹੇ ਨੇ ਕਿ ਸਾਡੇ ਅੰਦਰ ਜਿਹੜਾ ਹੰਕਾਰ ਆਉਂਦਾ ਹੈ, ਹਉਮੈ ਆਉਂਦੀ ਹੈ, ਵਿਕਾਰ ਆਉਂਦੇ ਨੇ, ਉਹ ਸਾਡੇ ਅੰਦਰ ਸਮਝ ਆ ਜਾਵੇ। ਜੋ ਸਾਡੇ ਅੰਦਰ ਦੁੱਖ ਆਉਂਦੇ ਨੇ ਪਰਿਵਾਰਾਂ ਦੇ, ਸਾਨੂੰ ਸਮਝ ਆ ਜਾਵੇ ਵੀ ਜਿੱਥੇ ਰਹਿਣਾ ਨਹੀਂ ਐਤ ਜਗ ਤੱਕ ਆਇਤ ਗਰਭ ਹੰਡੀ ਹੈ। ਜਦੋਂ ਪਤਾ ਇਸ ਸੰਸਾਰ 'ਤੇ ਰਹਿਣਾ ਹੀ ਨਹੀਂ, ਫਿਰ ਕਾਹਦੇ ਵਾਸਤੇ ਹਉਮੈ ਵਿੱਚ ਆਪਣੇ ਆਪ ਨੂੰ ਜਲਾਉਣਾ, ਦੁਖੀ ਕਰਨਾ। ਸੰਸਾਰ ਦੁਨੀਆ ਕੀ ਕਹਿੰਦੀ ਹੈ, ਕੀ ਨਹੀਂ ਕਹਿੰਦੀ, ਆਪਣੇ ਮਨ ਨੂੰ ਸਮ ਕਰਕੇ ਚੱਲੋ, ਕਿਉਂਕਿ ਇੱਕ ਦਿਨ ਅਸੀਂ ਵੀ ਚਲੇ ਜਾਣਾ। ਫਿਰ ਵੀ ਇਹ ਸੰਸਾਰ ਚੱਲੀ ਜਾਊਗਾ, ਇਹ ਨਹੀਂ ਰੁਕਣਾ ਹੈ। ਪਰ ਇਹ ਸਮਝ ਤਾਂ ਪਊਗੀ ਜੇ ਇਹ ਸਮਝ ਆਊਗੀ ਇੱਕ ਦਿਨ ਚਲੇ ਜਾਣਾ। ਫਿਰ ਬੰਦਾ ਉਹ ਹਰਕਤਾਂ ਨਹੀਂ ਕਰੂਗਾ ਜਿਹੜੀਆਂ ਸਹੀ ਨਹੀਂ ਹਨ। ਮੇਰਵਦ ਬਾਦਸ਼ਾਹ ਅਫਜੂ ਖੁਦਾਏ। ਕਹਿੰਦੇ ਬਾਦਸ਼ਾਹ ਵੀ ਨਾਸ਼ ਹੋ ਜਾਂਦੇ ਹਨ। ਮੇਰਵਦ ਭਾਵ ਨਾਸ਼ਵੰਤ। ਮੇਰਵਦ ਦਾ ਮਤਲਬ ਨਾਸ਼ਵੰਤ। ਬਾਦਸ਼ਾਹਾਂ ਨੇ ਵੀ ਇੱਕ ਦਿਨ ਨਾਸ਼ ਹੋ ਜਾਣਾ ਹੈ। ਅਫਜੂ ਖੁਦਾਏ। ਅਫਜੂ ਮਤਲਬ ਬਾਕੀ ਰਹਿਣ ਵਾਲਾ। ਸਿਰਫ ਖੁਦਾ ਪਰਮਾਤਮਾ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਹੁਣ ਪਰਮਾਤਮਾ ਆਪਣੇ ਹੁਕਮ ਵਿੱਚ, ਆਪਣੇ ਨਿਯਮਾਂ ਵਿੱਚ, ਆਪਣੇ ਸੱਚਾਈ ਰਾਹੀਂ ਉਹਨੇ ਹਮੇਸ਼ਾ ਕਾਇਮ ਰਹਿਣਾ ਹੈ। ਇਹ ਧਰਤੀ ਕਿੰਨੀ ਵਾਰ ਬਣੀ, ਕਿੰਨੀ ਵਾਰ ਤਬਾਹ ਹੋਈ, ਸਾਨੂੰ ਨਹੀਂ ਪਤਾ। ਡਾਇਨਾਸੌਰ ਵਰਗੇ ਇੱਥੇ ਰਾਜ ਹੁੰਦਾ ਸੀ ਜਦੋਂ, ਪੰਛੀਆਂ ਦਾ, ਜਾਨਵਰਾਂ ਦਾ, ਜਿਨ੍ਹਾਂ ਦੇ ਆਦਮਗਤ ਕਿੱਡੇ ਕਿੱਡੇ ਸਰੀਰ ਸੀਗੇ, ਉਹ ਵੀ ਨਹੀਂ ਰਹੇ ਜਦੋਂ ਇਸ ਧਰਤੀ ਦਾ ਨਾਸ਼ ਹੋਣਾ ਸੀ। ਫਿਰ ਅਸੀਂ ਕੀ ਚੀਜ਼ ਹੈ? ਇੱਕ ਦਿਨ ਕਿਸੇ ਚੀਜ਼ ਨੇ ਥੋੜ੍ਹਾ ਜਿਹਾ ਗਿਰਨਾ ਅਤੇ ਸਾਡਾ ਕੰਮ ਜਿਹਾ ਸਾਰਿਆਂ ਦਾ ਹੋ ਜਾਣਾ। ਫਿਰ ਅਸੀਂ ਕਿਹੜੇ ਹੰਕਾਰ ਦੇ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼
ਕਰਦੇ ਹਾਂ, ਕਿਉਂ ਅਸੀਂ ਉਹਨਾਂ ਰਸਤਿਆਂ 'ਤੇ ਤੁਰਦੇ ਹਾਂ ਜਿਹੜੇ ਰਸਤੇ ਸਹੀ ਨਹੀਂ ਹਨ। ਏਕ ਤੂੰ ਹੀ, ਏਕ ਤੂੰ ਹੀ, ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ, ਇੱਕ ਪਰਮਾਤਮਾ ਹੀ ਹੈ, ਇੱਕ ਪਰਮਾਤਮਾ ਹੀ ਹੈ। ਇਹ ਗੁਰੂ ਸਾਨੂੰ ਇਸ ਪਹਿਲੇ ਸ਼ਲੋਕ ਦੇ ਵਿੱਚ ਸਮਝਾ ਰਹੇ ਹਨ। ਮਹਿਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਿਕਾ ਤਰਾ, ਅਸਤ ਏਕ ਦਿਗਰ ਕੋਈ, ਏਕ ਤੂਈ, ਏਕ ਤੂਈ। ਹੁਣ ਦੂਜਾ ਸ਼ਲੋਕ ਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਨਾ ਇੱਥੇ ਦੇਵਤਿਆਂ ਵਰਗੇ ਲੋਕਾਂ ਨੇ ਰਹਿਣਾ। ਹੁਣ ਦੇਵਤੇ ਦਾ ਮਤਲਬ ਉਹ ਦੇਵਤੇ ਜਿਹੜੇ ਸਾਡੇ ਦਿਮਾਗ 'ਚ ਪਾਏ ਹੋਏ ਨੇ, ਇਹ ਵਹਿਮ ਕੱਢੋ। ਦੇਵਤੇ ਦਾ ਮਤਲਬ ਚੰਗੇ ਇਨਸਾਨ, ਭਲੇ ਪੁਰਸ਼, ਜਿਹੜੇ ਲੋਕਾਂ ਦੀ ਮਦਦ ਕਰਦੇ ਨੇ, ਉਹਨਾਂ ਨੂੰ ਹੀ ਗੁਰੂ ਜੀ ਚੰਗੇ ਦਿਲ ਦੇ ਨੇ, ਉਹਨਾਂ ਨੂੰ ਹੀ ਦੇਵਤੇ, ਜਿਨ੍ਹਾਂ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ, ਆਂਦਾ ਨਾ, ਮਾਨਸ ਤੋਂ ਦੇਵਤਾ ਬਣਾ ਦੇਣਾ, ਭਾਵ ਚੰਗਾ ਇਨਸਾਨ ਬਣਾ ਦੇਣਾ। ਦੇਵਤੇ ਦਾ ਮਤਲਬ ਕੀ ਹੈ? ਚੰਗਾ ਇਨਸਾਨ। ਜਿਹੜੇ ਆ ਝੂਠੇ ਦੇਵੀ ਦੇਵਤੇ ਬਣਾਏ ਹੋਏ ਨੇ, ਇਹਨਾਂ ਤੋਂ ਬਚਣਾ। ਇਹ ਆਪਣੀ ਮਰਜ਼ੀ ਨਾਲ ਬਣਾਏ ਹੋਏ ਨੇ। ਚੰਗਾ ਇਨਸਾਨ, ਠੀਕ ਹੈ ਜੀ। ਨਾ ਦਾਨਵ, ਭਾਵ ਬੁਰੇ ਇਨਸਾਨ, ਉਹਨਾਂ ਨੇ ਵੀ ਨਹੀਂ ਰਹਿਣਾ। ਕੋਈ ਰਿਹਾ ਬੁਰਾ ਇਨਸਾਨ ਧਰਤੀ 'ਤੇ, ਜਾਂ ਕੋਈ ਚੰਗਾ ਇਨਸਾਨ ਧਰਤੀ 'ਤੇ ਰਿਹਾ? ਨਹੀਂ ਰਹੇ ਨਾ। ਨਰਾ, ਭਾਵ ਨਾ ਹੀ ਕਿਸੇ ਮਨੁੱਖ ਨੇ ਰਹਿਣਾ, ਆਮ ਇਨਸਾਨ ਦੀ ਗੱਲ ਹੋਊਗੀ, ਠੀਕ ਹੈ ਜੀ। ਨਾ ਸਿੱਧ ਸਾਧਿਕਾ ਤਰਾ, ਨਾ ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ, ਨਾ ਯੋਗ ਸਾਧਨਾ ਕਰਨ ਵਾਲੇ, ਕੋਈ ਵੀ ਧਰਤੀ 'ਤੇ ਨਾ ਰਿਹਾ। ਕਿਸੇ ਨੇ ਵੀ ਇਸ ਧਰਤੀ 'ਤੇ ਨਹੀਂ ਰਿਹਾ। ਇਹ ਉਹਨਾਂ ਦੀ ਗੱਲ ਨਹੀਂ ਹੋ ਰਹੀ, ਇਹ ਉਦਾਹਰਨ ਦਿੱਤੀ ਹੈ ਵੀ ਤੂੰ ਕਿਵੇਂ ਰਹੇਗਾ। ਆਪਣੇ ਮਨ ਨੂੰ ਪੁੱਛੋ। ਗੁਰੂ ਜੀ ਕਹਿੰਦੇ ਜੇ ਉਹ ਵੀ ਨਹੀਂ ਰਿਹਾ, ਉਹ ਵੀ ਨਹੀਂ ਰਿਹਾ, ਉਹ ਵੀ ਨਹੀਂ ਰਿਹਾ, ਦੋਨੇ ਪੱਖ ਦਿਖਾਤੇ। ਵੱਡੇ ਵੱਡੇ ਰਿਸ਼ੀ ਮੁਨੀ ਰਹੇ ਜਿਹੜੇ ਕਹਿੰਦੇ ਸੀ ਇਸ ਤਰ੍ਹਾਂ ਜੀ ਸਾਹ ਰੋਕ ਲੈਂਦੇ ਆ, ਉਮਰ ਵਧਾ ਲੈਂਦੇ ਆ, ਉਹ ਕਿੱਥੇ ਨੇ ਅੱਜ? ਉਹ ਵੀ ਨਹੀਂ ਮਿਲਦੇ। ਜਿਹੜੇ ਦੂਜਿਆਂ 'ਤੇ ਜ਼ੁਲਮ ਢਾਉਂਦੇ ਸੀ, ਗੁਰੂ ਜੀ ਕਹਿੰਦੇ ਉਹ ਵੀ ਨਹੀਂ ਮਿਲਦੇ। ਜਿਹੜੀ ਆਮ ਜਨਤਾ ਸੀ ਉਹ ਵੀ ਇੱਕ ਦਿਨ ਨਾਸ਼ ਹੋ ਜਾਂਦੀ ਹੈ। ਇਹ ਸਮਝਾਈ ਗੱਲ ਮੈਨੂੰ ਹੋਈ ਹੈ ਕਿ ਮੈਨੇ ਵੀ ਇਸ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ ਹੈ। ਕਿਉਂ ਨਾ ਤੂੰ ਚੰਗੇ ਇਨਸਾਨ ਬਣ ਕੇ, ਚੰਗੇ ਕੰਮ ਕਰਕੇ ਆਪਣੇ ਜੀਵਨ ਦਾ ਲਾਹਾ ਲੈ, ਆਪਣੇ ਜੀਵਨ ਨੂੰ ਕਿਸੇ ਰਾਹ 'ਤੇ ਤੋਰ, ਵਧੀਆ 'ਤੇ ਗੁਰੂ ਵਾਲੇ ਬਣੋ। ਇਸ ਚੀਜ਼ ਨੂੰ ਆਪਣੇ ਅੰਦਰ ਦੀ ਸੋਚ ਨਾਲ ਜੋੜੋ, ਫਿਰ ਮਹਿਸੂਸ ਹੋਊਗਾ। ਅਸਤ ਏਕ ਦਿਗਰ ਕੋਈ, ਅਸਤ ਮਤਲਬ ਕਾਇਮ ਹੈ, ਦਿਗਮ ਮਤਲਬ ਦਿਗਰੇ, ਦੂਜਾ। ਸਦਾ ਸਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ? ਇੱਥੇ ਕੁਐਸਚਨ ਕਰਤਾ ਗੁਰੂ ਜੀ ਨੇ। ਕੋਈ ਦਾ ਮਤਲਬ ਕੌਣ? ਫਿਰ ਇੱਥੇ ਪਰਮਾਨੈਂਟ ਰਹਿਣ ਵਾਲਾ ਦੂਜਾ ਕੌਣ ਹੈ? ਇਹ ਕੁਐਸਚਨ ਮਾਰਕ ਆ ਗਿਆ। ਅਸਤ ਏਕ ਦਿਗਰ ਕੋਈ, ਕੌਣ ਹੈ? ਗੁਰੂ ਜੀ ਕਹਿੰਦੇ ਫਿਰ ਆਨਸਰ ਦਿੱਤਾ, ਏਕ ਤੂੰ ਹੀ, ਏਕ ਤੂੰ ਹੀ। हे ਪ੍ਰਭੂ, ਸਦਾ ਕਹਿਣ ਵਾਲੇ हे ਪ੍ਰਭੂ, ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ, ਬਾਕੀ ਸਭ ਨੇ ਚਲੇ ਜਾਣਾ। ਮਹਿਲਾ ਪਹਿਲਾ। ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ। ਨਾ ਦਾਦੇ ਦੇਹੰਦ ਆਦਮੀ। ਹੁਣ ਤੀਜਾ ਸ਼ਲੋਕ ਹੈ ਗੁਰੂ ਜੀ ਦਾ ਇਸ ਪੌੜੀ ਦੇ ਵਿੱਚ। ਦਾਦੇ ਦਾ ਮਤਲਬ ਕਹਿੰਦੇ ਇਨਸਾਫ ਦੇਣ ਵਾਲੇ, ਨਾ ਹੀ ਇਨਸਾਫ ਕਰਨ ਵਾਲੇ, ਭਾਵ ਦੂਜਿਆਂ ਦੇ ਝਗੜੇ ਨਿਬੇੜਨ ਵਾਲੇ ਆਦਮੀ ਸਦਾ ਟਿਕੇ ਰਹਿਣ ਵਾਲੇ ਹਨ। ਇਹ ਕਿਉਂ ਬੋਲਿਆ? ਹੰਕਾਰ ਆ ਜਾਂਦਾ ਨਾ ਅੰਦਰ ਕਿ ਮੈਂ ਤਾਂ ਦੂਜਿਆਂ ਦੇ ਝਗੜੇ ਨਿਬੇੜਦਾ ਜੀ, ਮੈਂ ਤਾਂ ਜੱਜ ਦੀ ਕੁਰਸੀ 'ਤੇ ਬੈਠਾ ਜੀ। ਹਉਮੈ ਹੁੰਦੀ ਹੈ ਨਾ, ਇੱਕ ਦੂਜਿਆਂ ਨੂੰ ਕੀੜੇ ਮਕੌੜੇ ਜਾਣਦੇ ਨੇ। ਕਹਿੰਦੇ ਰਹਿਣਾ ਤੈਨੇ ਵੀ ਨਹੀਂ।
ਆਪਣੇ ਅੰਦਰਲੇ ਝਗੜੇ ਸਾਤੋਂ ਨਿਬੜਦੇ ਨਹੀਂ, ਅਸੀਂ ਦੂਜਿਆਂ ਦੇ ਝਗੜੇ ਨਿਬੇੜਦੇ ਫਿਰਦੇ ਹਾਂ। ਦੂਜਿਆਂ ਨੂੰ ਅਸੀਂ ਮੱਤ ਦਿੰਦੇ ਹਾਂ, ਐ ਨਾ ਕਰੋ, ਇੱਦਾਂ ਕਰਨਾ ਚਾਹੀਦਾ, ਗੱਲਾਂ ਦਾ ਧਿਆਨ ਰੱਖੋ, ਪਰ ਅੰਦਰਲਾ ਝਗੜਾ ਆਪਣਾ ਨਿਬੜ ਹੀ ਨਹੀਂ ਰਿਹਾ। ਨਾ ਸਪਤ ਜੇਰ ਜਿਮੀ, ਨਾ ਹੀ ਧਰਤੀ ਦੇ ਹੇਠ ਸਦਾ ਰਹਿ ਸਕਦੇ ਹਨ। ਭਾਵ ਜ਼ਮੀਨ ਦੇ ਵਿੱਚ ਰਹਿਣ ਵਾਲੇ ਵੀ ਜੀਵ ਜੰਤੂ, ਜੋ ਜ਼ਮੀਨ ਥੱਲੇ ਰਹਿੰਦੇ ਨੇ ਜੀਵ ਜੰਤੂ, ਹਰ ਇੱਕ ਨੇ ਉਹ ਬਚ ਨਹੀਂ ਸਕਦੇ। ਭਾਵ ਕਹਿੰਦਾ ਉਹਨਾਂ ਨੇ ਵੀ ਇੱਕ ਦਿਨ ਖਤਮ ਹੋ ਜਾਣਾ ਹੈ। ਨਾ ਸਪਤ ਜੇਰ ਜਿਮੀ, ਤੇ ਨਾ ਹੀ ਇਹ ਧਰਤੀ ਦੇ ਨਿਚਲਾ ਹਿੱਸਾ, ਭਾਵ ਇਹ ਧਰਤੀ ਨੂੰ ਛੱਡ ਕੇ ਹੋਰ ਧਰਤੀਆਂ ਨੇ, ਜਿਵੇਂ ਕਹਿੰਦੇ ਨਾ ਆਪਾਂ ਹੋਰ ਗ੍ਰਹਿ ਨੇ ਆਪਣੇ, ਠੀਕ ਹੈ ਜੀ। ਕੁਛ ਗ੍ਰਹਿ ਇਸ ਧਰਤੀ ਦੇ ਹੇਠਾਂ ਨੇ, ਕੁਛ ਗ੍ਰਹਿ ਇਸ ਧਰਤੀ ਦੇ ਉੱਪਰ ਨੇ। ਹੇਠਾਂ ਦਾ ਮਤਲਬ ਧਰਤੀ ਦੇ ਗੋਲੇ ਹੈ ਨਾ, ਧਰਤੀ ਦੇ ਹੇਠਾਂ ਦੂਜੇ ਪਾਸੇ ਜਿਹੜਾ ਵੀ ਛੋਰ ਹੈ ਇਹਦਾ। ਭਾਵ ਕਿਸੇ ਨੇ ਵੀ ਸਦਾ ਕਾਇਮ ਨਹੀਂ ਰਹਿਣਾ, ਇੱਕ ਉਮਰਾਂ ਦੀ ਖੇਡ ਹੈ, ਉਮਰਾਂ ਨਾਲ ਸਭ ਨਿਕਲੀ ਜਾਂਦੇ ਨੇ। ਅਸਤ ਏਕ ਦਿਗਰ ਕੋਈ, ਫਿਰ ਕੁਐਸਚਨ ਉਹੀ ਆ ਗਿਆ, ਫਿਰ ਦੂਜਾ ਕੌਣ ਹੈ ਤੇ ਜਿਹੜਾ ਰਹਿ ਸਕਦਾ ਹੈ? ਫਿਰ ਆਨਸਰ ਉਹੀ ਗੁਰੂ ਜੀ ਦਿੰਦੇ ਨੇ, ਏਕ ਤੂੰ ਹੀ, ਏਕ ਤੂੰ ਹੀ, हे ਪ੍ਰਭੂ ਸਿਰਫ ਤੂੰ ਹੀ ਹੈ, ਸਿਰਫ ਤੂੰ ਹੀ ਹੈ। ਤੇਰਾ ਹੁਕਮ ਚੱਲੂਗਾ, ਤੇਰੇ ਨਿਯਮ ਚੱਲਣਗੇ, ਉਹਨਾਂ ਨੇ ਸਦਾ ਕਾਇਮ ਰਹਿਣਾ ਹੈ। ਅਸੀਂ ਵੀ ਤੇਰੇ ਹੁਕਮ ਚਾਹੇ ਤੇਰੇ ਹੁਕਮ 'ਚ ਹੀ ਖਤਮ ਹੋ ਜਾਣਾ ਹੈ। ਐਸੇ ਹੰਕਾਰ ਤੋਂ ਰੋਕਿਆ। ਉਹ ਕਹਿੰਦੇ ਕੁਝ ਕਰ, ਜੇ ਆਇਆ ਇਸ ਧਰਤੀ 'ਤੇ ਕੁਝ ਆਪਣੇ 'ਤੇ ਤਰਸ ਕਰ, ਆਪਣੇ ਜੀਵਨ ਨੂੰ ਸਵਾਰ ਕੇ ਕੁਝ ਕਰਕੇ ਦਿਖਾ। ਮਹਿਲਾ ਪਹਿਲਾ, ਨਾ ਸੂਰ ਸਸ ਮੰਡਲੋ, ਨਾ ਸਪਤ ਦੀਪ ਨਹਿ ਜਲੋ, ਅੰਨ ਪੌਨ ਥਿਰ ਨਾ ਕੋਈ, ਏਕ ਤੂੰ ਹੀ, ਏਕ ਤੂੰ ਹੀ। ਦੇਖੋ ਗੁਰੂ ਜੀ ਨੇ ਇਹ ਗੱਲ ਕਿੰਨੀ ਸਮੇਂ ਪਹਿਲਾਂ ਕਹਿਤੀ ਸੀ। ਸਾਹੂ ਕਹਿੰਦੇ ਨਾ ਵੀ ਇੰਨੀ ਨਹੀਂ ਉਮਰ ਹੈ ਸੂਰਜ ਦੀ, ਧਰਤੀ ਦੀ, ਫਲਾਣੇ ਏਰੀਏ ਦੀ, ਤਾਂ ਗੁਰੂ ਜੀ ਨੇ ਪਹਿਲਾਂ ਹੀ ਕਹਿਤੀ, ਨਾ ਇਹ ਸੂਰਜ ਨੇ ਰਹਿਣਾ, ਨਾ ਇਹ ਸ਼ੋਰ ਮੰਡਲ ਨੇ ਰਹਿਣਾ, ਨਾ ਇਹ ਚੰਦਰਮਾ ਨੇ ਰਹਿਣਾ, ਨਾ ਇਹ ਦਿਸਦਾ ਆਕਾਸ਼ ਰਹਿਣਾ, ਠੀਕ ਹੈ ਜੀ, ਨਾ ਇਹ ਧਰਤੀ, ਨਾ ਪਾਣੀ, ਨਾ ਅੰਨ, ਨਾ ਹਵਾ। ਇੱਕ ਦਿਨ ਹਰ ਇੱਕ ਚੀਜ਼ ਦਾ ਸਮੇਂ ਹੈ। ਐ ਫਰਕ ਹੈ ਵੀ ਆਪਾਂ 100 ਸਾਲ ਦੀ ਗੱਲ ਕਰਦੇ ਹਾਂ, ਕੋਈ 50 ਸਾਲ ਦੀ ਗੱਲ ਕਰਦੇ ਹਾਂ, ਕੋਈ ਜਿਹੜੇ ਪਤੰਗੇ ਪੈਦਾ ਹੁੰਦੇ ਨੇ ਉਹ ਸਕਿੰਟਾਂ 'ਚ ਪੈਦਾ ਹੁੰਦੇ ਨੇ, ਸਕਿੰਟਾਂ 'ਚ ਮਰ ਜਾਂਦੇ ਨੇ, ਠੀਕ ਹੈ ਜੀ। ਜਿਵੇਂ ਦਹੀਂ ਦੇ ਵਿੱਚ ਕੋਈ ਜੀਵ ਬਰੀਕ ਬਰੀਕ ਪੈਦਾ ਹੁੰਦੇ ਨੇ, ਆਪਾਂ ਖਾਂਦੇ ਹਾਂ, ਉਹ ਵਿੱਚ ਹੀ ਕਿੰਨਾ ਸਮਾਂ ਹੁੰਦਾ। ਪਰ ਹਰ ਇੱਕ ਦੇ ਸਮੇਂ ਦਾ ਇੱਕ ਚੱਕਰ ਹੈ, ਕਾਲ ਚੱਕਰ ਹੈ। ਧਰਤੀ ਦੀ ਉਮਰ ਲੱਖ ਸਾਲ, ਕਰੋੜ ਲੱਖ ਸਾਲ, ਜਿੰਨੀ ਵੀ ਹੋ ਸਕਦੀ ਆਪਾਂ ਨੂੰ ਨਹੀਂ ਪਤਾ। ਇਹਦਾ ਕੋਈ ਮੂੰਹ 'ਚੋਂ ਬੋਲੇ ਸ਼ਬਦ ਨੇ, ਇਹਦਾ ਕਹਿਣਾ ਹੀ ਮੂਰਖਤਾ ਹੈ ਆਪਣੀ, ਪਤਾ ਨਹੀਂ। ਪਰ ਇੱਕ ਦਿਨ ਇਹ ਜ਼ਰੂਰ ਹੈ ਵੀ ਇਹ ਸਭ ਨੇ ਨਸ਼ਟ ਹੋ ਜਾਣਾ ਹੈ। ਸਿਰਫ ਸਦਾ ਰਹਿਣ ਵਾਲਾ ਪ੍ਰਮਾਤਮਾ ਏਕ ਤੂੰ ਹੀ, ਏਕ ਤੂੰ ਹੀ, ਤੂੰ ਹੀ ਹੈ, ਤੂੰ ਹੀ ਹੈ ਜਿਹਨੇ ਸਦਾ ਕਾਇਮ ਰਹਿਣਾ ਹੈ। ਮਹਿਲਾ ਪਹਿਲਾ, ਨਾ ਰਿਜ਼ਕ ਦਸਤ ਆਕਸੇ, हमारा एक आस बसे, अस्त एक दिगर कोई, एक तू ही, एक तू ही। गुरु नानक पातशाह सानू कह रहे ने, समझा रहे ने, ना रिजक दस्त आकसे, दस्त मतलब हथ। जीवां दा रिजक परमात्मा तो बिना किसी होर दे हथ विच नहीं है। ਇਹ ਕਿਉਂ ਗੱਲ ਕਹੀ ਹੈ ਗੁਰੂ ਜੀ ਨੇ? ਇਹਨੂੰ ਸਮਝਣ ਦੀ ਬੜੀ ਲੋੜ ਹੈ। ਜੀਵਾਂ ਦਾ ਰਿਜ਼ਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਵਿੱਚ ਇਹ ਤਾਂ ਕਹੀ ਹੈ ਕਿ ਅਸੀਂ ਚਾਪਲੂਸ ਨਾ ਬਣ ਜਾਈਏ, ਅਸੀਂ ਠੱਗੀਆਂ ਮਾਰਨ ਵਾਲੇ ਨਾ ਬਣੀਏ। ਅਸੀਂ ਆਪਣੇ ਆਪ 'ਤੇ ਵਿਸ਼ਵਾਸ ਕਰੀਏ ਕਿ ਜਿੰਨੀ ਮੈਂ ਸੱਚੇ ਦਿਲ ਨਾਲ ਮਿਹਨਤ ਕਰ ਰਿਹਾ ਹਾਂ, ਜੋ ਮਿਲ ਰਿਹਾ ਹੈ ਠੀਕ ਹੈ। ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ
ਨਿਯਮਾਂ ਤੋਂ ਬਿਨਾਂ ਇਕੱਠਾ ਕਰਦੇ ਹਾਂ, ਚਾਹੇ ਉਹ ਰਿਸ਼ਤੇ ਨੇ, ਚਾਹੇ ਉਹ ਧਨ ਹੈ, ਚਾਹੇ ਉਹ ਘਰ-ਬਾਰ ਹੈ, ਚਾਹੇ ਉਹ ਧੱਕੇ ਨਾਲ ਸਾਹ ਨੇ, ਜੇ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਦਾ ਨੁਕਸਾਨ ਹੀ ਹੁੰਦਾ ਹੈ, ਤਾਂ ਉਹਨਾਂ ਦਾ ਨੁਕਸਾਨ ਹੀ ਹੁੰਦਾ ਹੈ, ਕਿਉਂਕਿ ਉਹ ਚੀਜ਼ ਪੂਰੇ ਸਿਸਟਮ ਨੂੰ ਹਿਲਾ ਦਿੰਦੀ ਹੈ। ਹੁਣ ਕੁਝ ਲੋਕ, ਰਾਜਨੇਤਾ ਲੋਕ, ਡੇਰੇਦਾਰ ਲੋਕ ਜਦੋਂ ਗੁਰਬਾਣੀ ਦੀ ਸੱਚਾਈ ਨੂੰ ਨਾ ਸਮਝਦੇ ਹੋਏ ਆਪਣੇ ਹਿਸਾਬ ਨਾਲ ਯੂਜ਼ ਕਰਦੇ ਨੇ ਤਾਂ ਗੁਰਬਾਣੀ ਦਾ ਸਿਧਾਂਤ ਹੀ ਚੇਂਜ ਹੋ ਜਾਂਦਾ ਹੈ। ਉਹਨਾਂ ਦੇ ਹਿਸਾਬ ਨਾਲ ਉਹ ਗਲਤ ਲੋਕਾਂ ਤੱਕ ਚੀਜ਼ਾਂ ਪਹੁੰਚਾ ਦਿੰਦੇ ਨੇ ਆਪਣੀ ਮਰਜ਼ੀ ਨਾਲ। ਹੁਣ ਤੁਸੀਂ ਇੱਕ ਚੀਜ਼ ਦੇਖੋ, ਇੱਥੇ ਆਪਾਂ ਇੱਕ ਗੱਲ ਕਲੀਅਰ ਕਰਦੇ ਹਾਂ। ਅਖੰਡ ਪਾਠ ਸਾਹਿਬ ਇਹੀ ਪੁਜਾਰੀ ਲੋਕ, ਪੁਜਾਰੀ ਦਾ ਮਤਲਬ ਗ੍ਰੰਥੀ ਲੋਕ, ਡੇਰਿਆਂ ਵਾਲੇ ਲੋਕ, ਇਹ ਨਗਰ ਪਾਲਿਕਾਵਾਂ ਵਿੱਚ ਵੀ ਅਖੰਡ ਪਾਠ ਸਾਹਿਬ ਹੁੰਦਾ, ਕਮੇਟੀਆਂ ਵਿੱਚ ਵੀ ਹੁੰਦਾ ਜਾਂ ਨਹੀਂ ਹੁੰਦਾ? ਦੇਖਿਆ ਨਾ, ਇਹ ਜਿੱਥੇ ਪੁਲਿਸ ਵਾਲਿਆਂ ਦੇ ਕੋਤਵਾਲੀਆਂ ਥਾਣੇ ਹੁੰਦੇ ਨੇ ਉੱਥੇ ਵੀ ਹੁੰਦਾ, ਦੇਖਦੇ ਨਾ ਹੁੰਦਾ ਅਖੰਡ ਪਾਠ ਸਾਹਿਬ। ਇਹ ਜਿਹੜੇ ਪੁਜਾਰੀ ਬਾਬੇ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਲੈ ਕੇ ਜਾਂਦੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਮਲਕ ਭਾਗੋ ਦੇ ਘਰ ਤਾਂ ਗੁਰੂ ਨਾਨਕ ਜੀ ਕਦੀ ਜਾਂਦੇ ਨਹੀਂ ਸੀਗੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਮੂੰਹ ਨਾਲ ਉੱਥੇ ਲੈ ਕੇ ਜਾ ਰਹੇ ਹਾਂ, ਤਾਂ ਪਤਾ ਲੱਗ ਰਿਹਾ ਵੀ ਇਹ ਘਟੀਆ ਲੋਕ ਕੌਣ ਨੇ, ਜਿਹੜੇ ਸਿਰਫ ਆਪਣੇ ਪੈਸੇ ਕਮਾਉਣ ਦੇ ਲਈ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਜਗ੍ਹਾਵਾਂ 'ਤੇ ਲੈ ਕੇ ਜਾ ਰਹੇ ਨੇ ਜਿਨ੍ਹਾਂ ਵੱਲ ਗੁਰੂ ਨਾਨਕ ਜੀ ਮੂੰਹ ਕਰਨਾ ਵੀ ਪਸੰਦ ਨਹੀਂ ਕਰਦੇ। ਸਮਝ ਆ ਰਹੀ ਗੱਲ? ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪਊਗੀ। ਮਲਿਕ ਭਾਗੋ ਦੇ ਘਰ ਗੁਰੂ ਨਾਨਕ ਜੀ ਨਹੀਂ ਜਾਣਾ ਪਸੰਦ ਕਰਦੇ, ਅਸੀਂ ਧੱਕੇ ਨਾਲ ਲੈ ਕੇ ਜਾ ਰਹੇ ਹਾਂ। ਫਿਰ ਕਹਿੰਦੇ ਆ ਵੀ ਸੰਸਾਰ ਦੇ ਵਿੱਚ, ਪੰਜਾਬ ਦੇ ਵਿੱਚ ਇਨਸਾਫ ਨਹੀਂ ਹੁੰਦਾ, ਕਮੇਟੀ ਵਾਲੇ ਪੈਸੇ ਖਾਂਦੇ ਨੇ, ਪੁਲਿਸ ਵਾਲੇ ਧੱਕਾ ਕਰਦੇ ਨੇ, ਅਦਾਲਤਾਂ ਵਿੱਚ ਇਨਸਾਫ ਨਹੀਂ ਹੁੰਦਾ। ਅਗਰ ਤੁਹਾਡਾ ਆਹ ਪੁਜਾਰੀ ਬੰਦਾ ਜਿਹਨਾਂ ਤੁਸੀਂ ਜੁੜੇ ਹੋਏ ਹੋ, ਬਾਬੇ ਨਾਲ ਜੁੜੇ ਹੋਏ ਹੋ ਜਾਂ ਚੀਜ਼ਾਂ ਨਾਲ ਜੁੜੇ ਹੋਏ ਹੋ, ਜੇ ਉਹਨਾਂ ਨੂੰ ਸਵਾਲ ਪੁੱਛੋ ਵੀ ਉੱਥੇ ਤੁਸੀਂ ਕਿਉਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਂਦੇ ਹੋ, ਘੱਟੋ ਘੱਟ ਨੂੰ ਮਹਿਸੂਸ ਤਾਂ ਹੋਵੇ ਵੀ ਜੇ ਅਸੀਂ ਇਹ ਗਲਤ ਕੰਮ ਕਰ ਰਹੇ ਹਾਂ ਤਾਂ ਕੋਈ ਸਾਡੇ ਨਾਲ ਧਾਰਮਿਕ ਬੰਦਾ ਨਹੀਂ ਖੜੂਗਾ ਆ ਕੇ, ਤਾਂ ਸ਼ਾਇਦ ਉਹਨਾਂ ਨੂੰ ਸੱਟ ਵੱਜੇ, ਤਾਂ ਨਹੀਂ ਹਟਦੇ। ਉਹਨੂੰ ਪਤਾ ਵੀ ਇਹ ਤਾਂ ਇਹਨਾਂ ਨੇ ਕਿਹੜਾ ਮਨਾ ਕਰਨਾ, ਭੋਗ ਵੀ ਸਾਡੇ ਇੱਦਾਂ ਹੀ ਪੈ ਜਾਣੇ ਨੇ, ਜਨਮ ਦਿਨ 'ਤੇ ਵੀ ਸਾਡੇ ਇੱਦਾਂ ਹੀ ਪਾਰਟੀਆਂ ਹੋ ਜਾਣੀਆਂ ਨੇ, ਅਤੇ ਮਹਾਰਾਜ ਦਾ ਪ੍ਰਕਾਸ਼ ਵੀ ਲੋਕਾਂ ਨੇ ਕਰ ਦੇਣਾ ਸਾਡੇ ਘਰੇ ਲਿਆ ਕੇ, ਸਾਨੂੰ ਕੀ ਫਰਕ ਪੈਣ ਲੱਗਿਆ, ਅਸੀਂ ਕਿਉਂ ਮਾੜੇ ਕਰਮਾਂ ਤੋਂ ਹਟੀਏ। ਮਲਕ ਭਾਗੋ ਦੇ ਸੱਟ ਵੱਜੀ ਸੀ ਵੀ ਗੁਰੂ ਨਾਨਕ ਪਾਤਸ਼ਾਹ ਮੇਰੇ ਲਵੇ ਨਹੀਂ ਆਏ, ਫਿਰ ਗੁਰੂ ਨਾਨਕ ਜੀ ਨੇ ਉਹਨੂੰ ਦੱਸਿਆ ਸੀ ਮੈਂ ਕਿਉਂ ਨਹੀਂ ਆਇਆ, ਫਿਰ ਹਟਿਆ ਨਾ ਮਲਕ ਭਾਗੋ। ਪਰ ਅਸੀਂ ਤਾਂ ਲੈ ਜਾਈ ਜਾਂਦੇ ਹਾਂ ਗੁਰੂ ਨੂੰ ਹਰ ਥਾਂ 'ਤੇ, ਫਿਰ ਲੋਕ ਕਿਵੇਂ ਹਟਣਗੇ ਮਾੜੇ ਕੰਮਾਂ ਤੋਂ? ਇਹ ਬੜਾ ਪੁਆਇੰਟ ਸਮਝਣ ਦੀ ਲੋੜ ਹੈ। ਜੀਵਾਂ ਦਾ ਰਿਜ਼ਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਹੈ, ਇਸ ਕਰਕੇ ਸਾਨੂੰ ਚਾਪਲੂਸੀਆਂ ਨਹੀਂ ਕਰਨੀਆਂ ਚਾਹੀਦੀਆਂ, ਗੁਰੂ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਆਪਣੀ ਮਿਹਨਤ 'ਤੇ ਵਿਸ਼ਵਾਸ ਕਰਨਾ ਚਾਹੀਦਾ। ਗੁਰੂ ਮਿਹਨਤ ਕਰਨਾ ਸਿਖਾਉਂਦਾ ਨਾ ਆਪਾਂ ਨੂੰ। ਹਮਾਰਾ ਏਕ ਆਸ ਵਸੇ, ਸਭ ਜੀਵਾਂ ਨੂੰ ਬਸ ਇੱਕ ਪ੍ਰਭੂ ਦੀ ਹੀ ਆਸ ਹੈ। ਗੁਰੂ ਜੀ ਕਹਿੰਦੇ ਸਾਨੂੰ ਸਭ ਜੀਵਾਂ ਨੂੰ ਸਿਰਫ ਉਸ ਪ੍ਰਮਾਤਮਾ ਦੀ ਹੀ ਆਸ ਹੋਣੀ ਚਾਹੀਦੀ ਹੈ, ਆਪਣੀ ਮਿਹਨਤ 'ਤੇ ਵਿਸ਼ਵਾਸ, ਚੰਗੇ ਕਰਮਾਂ 'ਤੇ ਵਿਸ਼ਵਾਸ, ਥੋੜ੍ਹਾ ਮਿਲ ਜਾਵੇ ਉਹ 'ਤੇ ਖੁਸ਼ ਹੋਣਾ। ਆਪਣੇ ਆਪ ਨੂੰ ਬੱਚਾ ਮਹਿਸੂਸ ਕਰਨਾ ਸਾਨੂੰ ਬੜਾ ਜ਼ਰੂਰੀ ਹੈ ਕਿ ਬੜੇ ਨੇ ਅਗਰ ਕੋਈ ਗੱਲ ਕਹੀ ਹੈ, ਸਮਝਾਈ ਹੈ, ਤਾਂ ਬੱਚਿਆਂ ਵਾਂਗੂ ਹੀ ਮਹਿਸੂਸ ਹੋਵੇ। ਅਸਤ ਏਕ ਦਿਗਰ ਕੋਈ, ਫਿਰ ਹੋਰ ਦੂਜਾ ਕੌਣ ਹੈ ਤੇਰੇ ਤੋਂ ਵੱਡਾ ਪਰਮਾਤਮਾ, ਜਿਹਦਾ ਮੈਂ ਚਾਪਲੂਸੀ ਕਰਾਂ, ਜਿਹਦੇ ਮਗਰ ਮੈਂ ਫਿਰਾਂ। ਏਕ ਤੂੰ ਹੀ, ਏਕ ਤੂੰ ਹੀ, ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ। ਜਦੋਂ ਇਹ ਚੀਜ਼ ਅੰਦਰ ਆਊਗੀ ਨਾ, ਸਾਡੇ ਅੰਦਰ ਇਹ ਵਿਸ਼ਵਾਸ ਆਊਗਾ, ਸਾਡੇ ਅੰਦਰ ਸੈਲਫ ਕੌਨਫੀਡੈਂਸ ਪੈਦਾ ਹੋਊਗਾ, ਆਤਮ ਵਿਸ਼ਵਾਸ ਪੈਦਾ ਹੋਊਗਾ। ਅਸੀਂ ਗਲਤ ਨੂੰ ਗਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਤਾਕਤ ਰੱਖਾਂਗੇ, ਕਿਉਂਕਿ ਚਾਪਲੂਸੀ ਨਹੀਂ ਕਰਾਂਗੇ ਫਿਰ ਅਸੀਂ। ਮਹਿਲਾ ਪਹਿਲਾ, ਪਰੰਦੈ ਨਾ ਗਿਰਹਾ ਜਰ,
ਦਰਖਤ ਆਬ ਆਸ ਕਰ, ਦਰਖਤ ਆਬ ਆਸ ਕਰ, ਦੇਹੰਦ ਸੂਈ, ਦੰਦ ਸੂਈ, ਏਕ ਤੂਈ ਏਕ ਤੂਈ, ਏਕ ਤੂਈ, ਏਕ ਤੂਈ। ਪਰੰਦੇ ਗਿਰਾ, ਪੰਛੀਆਂ ਦੇ ਗੰਢ ਪੱਲੇ। ਹੁਣ ਦੇਖੋ ਧਿਆਨ ਦਿਓ, ਗਿਰਾ ਜਲ, ਦਰਖਤ ਦਾ ਮਤਲਬ ਦਰਖਤ ਆਪਾਂ ਨੂੰ ਪਤਾ ਹੀ ਹੈ। ਕਹਿੰਦੇ ਪੰਛੀਆਂ ਦੇ ਗੰਢ ਪੱਲੇ ਧਨ ਨਹੀਂ ਹੈ। ਉਹ ਮਤਲਬ ਗੰਢ ਬੰਨ੍ਹ ਕੇ ਪੈਸੇ ਨੂੰ ਆਪਣੇ ਨਾਲ ਨਹੀਂ ਰੱਖਦੇ ਪੰਛੀ ਕਦੀ ਵੀ। ਦੇਖਿਆ ਕਦੀ ਕੋਈ ਪੰਛੀ ਜਾਨਵਰ? ਦਰਖਤ ਆਬ ਆਸ ਕਰ, ਉਹ ਪ੍ਰਭੂ ਦੇ ਬਣਾਏ ਹੋਏ ਰੁੱਖਾਂ ਤੇ ਪਾਣੀ ਦਾ ਹੀ ਆਸਰਾ ਲੈਂਦੇ ਹਨ। ਦਰਖਤ ਆਬ, ਦਰਖਤ ਤੇ ਆਬ, ਆਬ ਮਤਲਬ ਪਾਣੀ, ਦਰਖਤ ਮਤਲਬ ਦਰਖਤ। ਉਹ ਪ੍ਰਭੂ ਦੇ ਬਣਾਏ ਹੋਏ ਦਰਖਤ ਤੇ ਪਾਣੀ ਦਾ ਹੀ ਆਸਰਾ ਲੈਂਦੇ ਹਨ। ਦੇਹੰਦ ਸੂਈ, ਉਹਨਾਂ ਨੂੰ ਰੋਜੀ ਦੇਣ ਵਾਲਾ ਪ੍ਰਭੂ ਆਪ ਹੀ ਹੈ। ਦੇਹੰਦ ਮਤਲਬ ਦੇਣ ਵਾਲਾ, ਠੀਕ ਹੈ ਜੀ। ਏਕ ਤੂੰ ਹੀ ਏਕ ਤੂੰ ਹੀ, ਤਾਂ ਤੂੰ ਵੀ ਉਸ ਇੱਕ ਤੂੰ ਹੀ ਦੇ ਮਗਰ ਲੱਗ। ਉਹ ਰਿਜ਼ਕ ਦੇਣ ਵਾਲਾ ਹੈ, ਤੈਨੂੰ ਵੀ ਸਾਂਭ ਲਵੇਗਾ, ਪਰ ਗਲਤ ਰਾਹਾਂ ਤੇ ਨਾ ਚੱਲ। ਮਹਿਲਾ ਪਹਿਲਾ, ਮਹਿਲਾ ਪਹਿਲਾ, ਨਾਨਕ ਲਿਲਾਰ ਲਿਖਿਆ ਸੋਏ, ਨਾਨਕ ਲੀਲਾਰ ਲਿਖਿਆ ਸੋਏ, ਮੇਟ ਨ ਸਾਕੈ ਕੋਏ, ਮੇਟ ਨ ਸਾਕੈ ਕੋਏ, ਕਲਾ ਧਰੈ ਹੀਰੈ ਸੂਈ, ਕਲਾ ਧਰੈ ਹਿਰੈ ਸੂਈ, ਕਲਾ ਧਰੈ ਹੀਰੈ ਸੂਈ, ਕਲਾ ਧਰੈ ਹਿਰੈ ਸੂਈ। ਏਕ ਤੂੰ ਹੀ ਏਕ ਤੂੰ ਹੀ, ਏਕ ਤੂਈ, ਏਕ ਤੂਈ। ਹੇ ਨਾਨਕ, ਨਾਨਕ ਲਿਲਾਰ ਲਿਖਿਆ ਸੋਏ। ਨਾਨਕ ਜੀ ਕਹਿੰਦੇ ਨੇ ਜੀਵ ਦੇ ਮੱਥੇ ਉੱਤੇ ਜੋ ਲਿਖਿਆ ਜਾਂਦਾ ਹੈ। ਹੁਣ ਜੀਵ ਆਪਣੇ ਮੱਥੇ ਵਿੱਚ ਲਿਖਦਾ ਕਿਵੇਂ ਹੈ, ਕਿਵੇਂ ਲਿਖਿਆ ਜਾਂਦਾ ਹੈ? ਜਿਵੇਂ ਅਸੀਂ ਬਚਪਨ ਦੇ ਵਿੱਚ ਸਾਨੂੰ ਜੋ ਸਾਡੇ ਮਾਂ-ਬਾਪ ਸਿਖਾਉਂਦੇ ਨੇ, ਮਾਂ-ਬਾਪ ਨਹੀਂ, ਉਹ ਸਾਡਾ ਹੀ ਰੂਪ ਹੁੰਦਾ ਇੱਕ ਤਰ੍ਹਾਂ ਨਾਲ। ਅਸੀਂ ਰੂਪ ਬਦਲ ਰਹੇ ਹਾਂ ਬੱਚਿਆਂ ਦੇ ਰੂਪ 'ਚ। ਇਸ ਚੀਜ਼ ਨੂੰ ਥੋੜ੍ਹਾ ਸੰਭਾਲਣ ਦੀ ਲੋੜ ਹੈ ਅਤੇ ਸਮਝਣ ਦੀ ਲੋੜ ਹੈ। ਆਪਾਂ ਪਹਿਲਾਂ ਵੀ ਡਿਸਕਸ ਕੀਤੀ ਹੈ। ਅਸੀਂ ਕਈ ਵਾਰ ਗਲਤਫਹਿਮੀ 'ਚ ਹੁੰਦੇ ਹਾਂ ਕਿ ਬੱਚੇ ਹੋਰ ਨੇ ਅਤੇ ਮੈਂ ਹੋਰ ਹਾਂ। ਸਾਰੀਆਂ ਪੀੜ੍ਹੀਆਂ ਆਪਾਂ ਇੱਦਾਂ ਹੀ ਚੱਲੀ ਜਾਂਦੇ ਹਾਂ, ਜਦ ਕਿ ਬੱਚੇ ਅਤੇ ਸਾਡੇ ਵਿੱਚ ਫਰਕ ਨਹੀਂ ਹੈ। ਬੱਚੇ ਸਾਡਾ ਅਗਲਾ ਰੂਪ ਨੇ, ਕਿਉਂਕਿ ਪਰਮਾਤਮਾ ਦਾ ਨਿਯਮ ਅਤੇ ਸਿਸਟਮ ਇਸ ਤਰੀਕੇ ਦਾ ਬਣਿਆ ਹੋਇਆ ਹੈ। ਅਸੀਂ ਆਪਣੇ ਆਪ ਨੂੰ ਬੱਚਿਆਂ ਦੇ ਰੂਪ 'ਚ ਜਨਮ ਲੈ ਲੈਂਦੇ ਹਾਂ, ਕਿਉਂਕਿ ਸਾਨੂੰ ਪਤਾ ਸਾਡੀ ਬੋਡੀ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਅਸੀਂ ਕੀ ਕਰਦੇ ਹਾਂ, ਬੱਚਿਆਂ ਦੇ ਰੂਪ 'ਚ ਆਪਣੇ ਆਪ ਨੂੰ ਜਨਮ ਦੇ ਲੈਂਦੇ ਹਾਂ। ਪਰ ਸਾਡਾ ਉੱਥੇ ਇੱਕ ਉਦੇਸ਼ ਬਣਦਾ ਵੀ ਜੋ ਚੀਜ਼ਾਂ ਮੈਂ ਆਪਣੇ ਆਪ ਨੂੰ ਨਹੀਂ ਕਰਾ ਸਕਿਆ, ਮੈਂ ਇਹਨਾਂ 'ਚ ਡਿਵੈਲਪ ਕਰਾਂ, ਇਹਦਾ ਵਿਕਾਸ ਕਰਾਂ, ਇਹ ਅੱਗੇ ਅਗਲੀ ਪੀੜ੍ਹੀ ਦਾ ਵਿਕਾਸ ਕਰਨ। ਇੱਕ ਤਰ੍ਹਾਂ ਅਸੀਂ ਆਪਣਾ ਵਿਕਾਸ ਕਰ ਰਹੇ ਹੁੰਦੇ ਹਾਂ। ਇੱਕ ਤਰ੍ਹਾਂ ਆਪਾਂ ਜੀਂਦੇ ਰਹਿੰਦੇ ਹਾਂ ਬੱਚਿਆਂ ਦੇ ਰੂਪ 'ਚ। ਬੱਚੇ ਫਿਰ ਸਾਡੇ ਅਗਲੇ ਬੱਚਿਆਂ ਦੇ ਰੂਪ 'ਚ। ਕੋਈ ਨਹੀਂ ਮਰ ਰਿਹਾ, ਜਨਮ ਲੈ ਰਿਹਾ। ਤੁਸੀਂ ਆਪਣੇ ਆਪ ਨੂੰ ਜਨਮ ਦੇ ਰਹੇ ਹੋ ਅਗਲੇ ਰੂਪ 'ਚ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਚੀਜ਼ ਨੂੰ ਥੋੜ੍ਹਾ ਹੋਰ ਖੋਲ੍ਹਤਾ ਸੀ। ਉਹ ਕਹਿੰਦੇ ਸੀ ਤੁਸੀਂ ਇਕੱਲਾ ਇਹ ਨਾ ਸਮਝੋ ਵੀ ਤੁਸੀਂ ਆਪਣੇ ਬੱਚਿਆਂ ਦੇ ਰੂਪ 'ਚ ਜਨਮ ਲੈ ਰਹੇ ਹੋ। ਤੁਸੀਂ ਸਾਰੇ ਬੱਚਿਆਂ ਵਿੱਚ ਹੀ ਆਪਣੇ ਆਪ ਨੂੰ ਦੇਖਣਾ ਸਟਾਰਟ ਕਰੋ ਦੁਨੀਆ ਦੇ, ਫਿਰ ਤੁਸੀਂ ਸਾਰਿਆਂ ਨੂੰ ਵਧੀਆ ਬਣਾਉਣ ਲਈ ਕੰਮ ਕਰੋਗੇ। ਜਿਵੇਂ ਗੁਰੂ ਜੀ ਨੇ ਸਾਰਿਆਂ ਨੂੰ ਵਧੀਆ ਬਣਾਉਣ ਲਈ ਕੰਮ ਕੀਤਾ ਸੀ ਨਾ। ਉਹਨਾਂ ਨੇ ਆਪਣੇ ਬੱਚਿਆਂ ਦੂਜੇ ਬੱਚਿਆਂ 'ਚ ਫਰਕ ਹੀ ਨਹੀਂ ਸਮਝਿਆ ਸੀਗਾ। ਉਹ ਕਹਿੰਦੇ ਵੀ ਜਿਹੜਾ ਬੱਚਾ ਸਿੱਖਣ ਆ ਰਿਹਾ ਉਹਨੂੰ ਸਿਖਾਈ ਚੱਲੋ, ਵਧੀਆ ਬਣਾਈ ਚੱਲੋ, ਤਾਂ ਕਿੰਨਾ ਸੋਹਣਾ ਸਮਾਜ ਖੜ੍ਹਾ ਹੋਣਾ ਸ਼ੁਰੂ ਹੋ ਗਿਆ ਸੀ। ਪਰ ਅਸੀਂ ਉਹ ਗਲਤੀਆਂ ਕਰਨ ਲੱਗ ਗਏ। ਅਸੀਂ ਦੁਬਾਰਾ ਇਹਨਾਂ ਚੀਜ਼ਾਂ ਮਗਰ ਲੱਗ ਕੇ ਅਸਲੀ ਤਾਕਤ ਨੂੰ ਭੁੱਲ ਗਏ, ਜਿੱਥੋਂ ਅਸਲੀ ਆਨੰਦ ਅਤੇ ਅਸਲੀ ਮਜ਼ੇ ਆਣੇ ਸੀ। ਉਹ ਤਾਕਤ ਅਸੀਂ ਅੱਗੇ ਬੱਚਿਆਂ 'ਚ ਪੈਦਾ ਕਰਨੀ ਸੀ। ਪਰ ਪਹਿਲਾਂ ਆਪ ਠੀਕ ਹੋਣਾ ਸੀ, ਫਿਰ ਉਹਨਾਂ ਨੂੰ ਉਹਨਾਂ ਰਾਹਾਂ ਦੇ ਤੋਰਨ ਵਾਸਤੇ ਠੀਕ ਕਰਨਾ ਸੀ। ਇਹ ਸਾਡੀ ਗਲਤਫਹਿਮੀ ਹੈ। ਅਸੀਂ ਕਹਿ ਦਿੰਦੇ ਹਾਂ ਕਿ ਜੇ ਮੈਂ ਨਹੀਂ ਠੀਕ ਹੋਇਆ ਤਾਂ ਇਹ ਵੀ ਆਪੇ ਠੀਕ ਹੋ ਜਾਣਗੇ।
ਭਾਈ ਫਰਕ ਤਾਂ ਪੈਂਦਾ ਹੀ ਹੈ, ਹਰ ਇੱਕ ਸੰਗਤ ਦਾ, ਹਰ ਇੱਕ ਗੱਲਬਾਤ ਦਾ, ਹਰ ਇੱਕ ਵਿਚਾਰ ਦਾ ਦੂਜਿਆਂ ਦੇ ਪ੍ਰਭਾਵ ਉੱਦਾਂ ਹੀ ਪੈਂਦਾ ਹੈ। ਇਹ ਕੁਦਰਤੀ ਨਿਯਮ ਹੈ, ਕਿਉਂਕਿ ਉਹ ਬੱਚੇ, ਉਹਨਾਂ ਦੇ ਮੱਥੇ ਦੇ ਜਿਹੜੇ ਲੇਖ ਦੀ ਗੱਲ ਹੋ ਰਹੀ ਹੈ, ਆਪਾਂ ਤਾਂ ਗੱਲ ਕਰ ਰਹੇ ਹਾਂ। ਨਾਨਕ ਲਿਲਾਰ ਲਿਖਿਆ ਸੋਏ, ਲਿਲਾਰ ਦਾ ਮਤਲਬ ਮੱਥੇ ਉੱਤੇ, ਉਹੀ ਲਿਖਿਆ ਜਾਂਦਾ ਹੈ ਜਿਹੋ ਜਿਹਾ ਬੱਚੇ ਨੂੰ ਮਾਹੌਲ ਮਿਲਦਾ ਹੈ ਪਰਿਵਾਰ ਦਾ। ਫਿਰ ਬੜਾ ਹੋ ਕੇ ਚਾਂਸ ਨੇ ਵੀ ਹੋ ਜੇ ਬਣ ਜਾਂਦਾ ਉਹ। ਜੇ ਆਪਾਂ 100 ਬੀਜ ਬੀਜਦੇ ਹਾਂ ਆਪਣੇ ਗਮਲੇ ਦੇ ਵਿੱਚ ਅਤੇ ਉਹਨਾਂ ਦੀ ਚੰਗੀ ਤਰ੍ਹਾਂ ਕੇਅਰ ਕਰਦੇ ਹਾਂ, ਦੇਖੋ 5-10 ਬੀਜ ਖਰਾਬ ਹੋ ਸਕਦੇ ਨੇ, ਨੋਰਮਲ ਚਾਂਸ ਨੇ 5-10 ਬੀਜ ਖਰਾਬ ਹੋ ਸਕਦੇ ਨੇ, ਪਰ 90 ਬੂਟੇ ਚੱਲ ਜਾਂਦੇ ਨੇ। ਇੱਦਾਂ ਹੀ ਜਦੋਂ ਆਪਾਂ ਬੱਚਿਆਂ ਦੇ ਵਿੱਚ ਲੇਖ ਲਿਖਣੇ ਸਟਾਰਟ ਕਰਦੇ ਹਾਂ, ਉਹਨਾਂ ਨੂੰ ਚੰਗੀ ਸਿੱਖਿਆ ਦਿੰਦੇ ਹਾਂ, ਹੋ ਸਕਦਾ 4-5 ਬੱਚੇ ਨਾ ਸਹੀ ਹੋਣ, ਨਾ ਸਹੀ ਰਾਹ 'ਤੇ ਚੱਲਣ, ਪਰ 90 ਸਹੀ ਹੋ ਜਾਂਦੇ ਨੇ। ਪਰ ਜੇ ਅਸੀਂ ਕੇਅਰ ਕਰਨੀ ਬੰਦ ਕਰ ਦਈਏ, ਬੀਜ ਸਿੱਟ ਦਈਏ ਅਤੇ ਮੁੜ ਕੇ ਉਹਦੇ ਧਿਆਨ ਨਾ ਦਈਏ, ਤਾਂ 90 ਖਰਾਬ ਹੋਣਗੇ, 2-4 ਵੈਸੇ ਹੀ ਕੁਦਰਤੀ ਚੱਲ ਪੈਣ। ਅਸੀਂ ਹੁਣ ਉਹੀ ਕੰਮ ਕਰ ਰਹੇ ਹਾਂ। ਅਸੀਂ ਸਾਹਮਣਾ ਉਹਨਾਂ ਦੇ ਲੇਖ ਇਸ ਤਰੀਕੇ ਨਾਲ ਬਚਪਨ ਦੇ ਵਿੱਚ ਉਹਨਾਂ ਦੇ ਲੇਖਾਂ ਨੂੰ ਸਹੀ ਕਰੀਏ। ਮੇਟ ਨਾ ਸਕੈ ਕੋਏ, ਕਿਉਂਕਿ ਜਿਹੜੇ ਲੇਖ ਜਿਹੋ ਜਿਹੀਆਂ ਆਦਤਾਂ ਬੱਚਿਆਂ ਦੇ ਬਚਪਨ 'ਚ ਪੈ ਜਾਂਦੀਆਂ ਨਾ, ਉਹ ਜਲਦੀ ਮਿਟਦੀਆਂ। ਮੇਟ ਨਾ ਸਕੈ ਕੋਏ, ਉਹ ਮਿਟਦੀਆਂ ਨਹੀਂ। ਕਲਾ ਧਰੈ ਹੀਰੈ ਸੂਈ, ਜੀਵ ਦੇ ਅੰਦਰ ਉਹੀ ਸੱਤਿਆ ਪਾਉਂਦਾ ਹੈ ਅਤੇ ਉਹੀ ਖੋਹ ਲੈਂਦਾ ਹੈ। ਸੱਤਿਆ ਭਾਵ ਜੀਵ ਆਤਮਾ, ਇੱਕ ਜਿੰਦ ਦੇ ਅੰਦਰ ਜੀਵ ਪਿਆ ਨਾ ਇੱਕ, ਉਹੀ ਪਾਉਂਦਾ ਅਤੇ ਉਹੀ ਲੈ ਜਾਂਦਾ ਆਪਣੇ ਹੁਕਮ ਦੇ ਵਿੱਚ, ਆਪਣੇ ਨਿਯਮਾਂ ਦੇ ਵਿੱਚ। ਸਾਨੂੰ ਸਮਝਣ ਦੀ ਲੋੜ ਹੈ, ਇਹਨਾਂ ਵਿਚਾਰਾਂ ਦੀ ਲੋੜ ਹੈ। ਅਸੀਂ ਕੀ ਪਤਾ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਜੀਵਨ ਉਸ ਪਾਸੇ ਵੱਲ ਮੋੜ ਦੇਣ ਜਿਸ ਪਾਸੇ ਵੱਲ ਸਾਨੂੰ ਗੁਰੂ ਨਾਨਕ ਜੀ ਲਿਜਾਣਾ ਚਾਹੁੰਦੇ ਨੇ। ਗੁਰੂ ਅਮਰਦਾਸ ਜੀ ਵੀ 62 ਸਾਲ ਦੀ ਉਮਰ 'ਚ 60 ਸਾਲ ਜਾਂ 62 ਸਾਲ ਦੀ ਉਮਰ 'ਚ ਸਟਾਰਟ ਹੋਏ ਸੀਗੇ। ਫਿਰ ਆਪਾਂ ਕਿਉਂ ਮੰਨਦੇ ਹਾਂ ਕਿ ਆਪਾਂ ਨਹੀਂ ਹੁਣ ਤੋਂ ਸਟਾਰਟ ਹੋ ਸਕਦੇ? ਜਿਸ ਉਮਰ 'ਚ ਵੀ ਹੈਗੇ ਹਾਂ ਆਪਾਂ, ਕੋਈ 40 ਦਾ, ਕੋਈ 60 ਦਾ, ਕੋਈ 56 ਦਾ, ਕੋਈ 37 ਦਾ, ਕੋਈ 35 ਦਾ, ਫਿਰ ਅਸੀਂ ਕਿਉਂ ਨਹੀਂ ਮੰਨਦੇ ਕਿ ਅੱਜ ਤੋਂ ਅਸੀਂ ਵੀ ਸਟਾਰਟ ਹੋ ਸਕਦੇ ਹਾਂ? ਏਕ ਤੂੰ ਹੀ, ਹੇ ਪ੍ਰਭੂ, ਜੀਵਾਂ ਨੂੰ ਸੱਤਿਆ ਦੇਣ ਤੇ ਖੋਹਣ ਲੈਣ ਵਾਲਾ ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ। ਭਾਵ ਹੁਕਮ 'ਚ ਚਲਾਉਣ ਵਾਲਾ ਇੱਕ ਤੂੰ ਹੀ ਹੈ, ਇੱਕ ਤੂੰ ਹੀ ਹੈ। ਪੌੜੀ ਸੱਚਾ ਤੇਰਾ ਹੁਕਮ, ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ, ਸੱਚ ਪਛਾਣਿਆ, ਸੱਚ ਤੇਰਾ ਦਰਬਾਰ, ਸ਼ਬਦ ਨਿਸ਼ਾਨਿਆ, ਸੱਚਾ ਸ਼ਬਦ ਵਿਚਾਰ, ਸੱਚ ਸਮਾਣਿਆ, ਮਨਮੁਖ ਸਦਾ ਕੂੜਿਆਰ, ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾਸ, ਸਾਧ ਨਾ ਜਾਣਿਆ, ਵਿਨ ਨਾਵੈ ਦੁਖ ਪਾਏ, ਆਵਨ ਜਾਣਿਆ, ਨਾਨਕ ਪਾਰਖ ਆਪ, ਜਿਨ ਖੋਟਾ ਖਰਾ ਪਛਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਦੇਖੋ ਪੌੜੀ ਵਿੱਚ ਗੁਰੂ ਜੀ ਗੱਲ ਉਹੀ ਫੇਰ ਕਲੀਅਰ ਕਰ ਰਹੇ ਨੇ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਪਰਮਾਤਮਾ ਜਿਹੜਾ ਤੇਰਾ ਹੁਕਮ ਤੇ ਨਿਯਮ ਤੇਨੇ ਸ੍ਰਿਸ਼ਟੀ ਸਾਜੀ ਹੈ, ਇਸ ਦੇ ਰੂਲ ਐਂਡ ਰੈਗੂਲੇਸ਼ਨ ਬਣਾਏ ਨੇ, ਉਹ ਬੜੇ ਸੱਚੇ ਨੇ, ਬਿਲਕੁਲ ਠੀਕ ਨੇ। ਪਰ ਇਹਨਾਂ ਨੂੰ ਉਹੀ ਜਾਣ ਸਕਦਾ ਹੈ ਗੁਰਮੁਖ ਜਾਣਿਆ, ਜਿਹੜੇ ਗੁਰੂ ਅਨੁਸਾਰ ਸਿੱਖਿਆਵਾਂ ਲੈਂਦੇ ਨੇ।
ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੁੰਦਾ। ਮੂੰਹ ਗੁਰੂ ਵੱਲ ਹੋਣ ਦਾ ਮਤਲਬ ਇਹ ਨਹੀਂ ਕਿ ਗੁਰਦੁਆਰੇ ਵੱਲ ਮੂੰਹ, ਗੁਰੂ ਵੱਲ ਮੂੰਹ ਦਾ ਮਤਲਬ ਗੁਰੂ ਦੀਆਂ ਸਿੱਖਿਆਵਾਂ ਜਿਹੜੇ ਆਪਣੇ ਅੰਦਰ ਵਸਾਉਂਦੇ ਨੇ, ਗੁਰੂ ਲਵੇ ਬਹਿ ਕੇ ਗੁਰੂ ਦੀ ਸਿੱਖਿਆ ਨੂੰ ਸੁਣਦੇ ਨੇ ਧਿਆਨ ਨਾਲ, ਉਹ ਤੇਰੀ ਸੱਚੇ ਹੁਕਮ ਨੂੰ ਪਹਿਚਾਨਣ ਲੱਗ ਜਾਂਦੇ ਨੇ, ਸਮਝਣ ਲੱਗ ਜਾਂਦੇ ਨੇ। ਗੁਰਮਤੀ ਆਪ ਗਵਾਏ, ਉਹ ਵਿਅਕਤੀ ਗੁਰੂ ਦੀ ਮੱਤ ਲੈ ਕੇ ਆਪਾ ਭਾਵ ਗਵਾ ਦਿੰਦੇ ਨੇ, ਫਿਰ ਕਿਸੇ ਦੀ ਗੱਲ ਬੁਰੀ ਨਹੀਂ ਲੱਗਦੀ, ਫਿਰ ਮਨ ਸਥਿਰ ਅਵਸਥਾ ਵਿੱਚ ਆ ਜਾਂਦਾ ਹੈ। ਉਸ ਨੂੰ ਦੁਨੀਆ ਦੀਆਂ ਇਹ ਜੰਮਣ ਮਰਨ ਦੀਆਂ ਖੇਡਾਂ, ਇਹ ਦੁੱਖ ਸੁੱਖ ਦੀਆਂ ਖੇਡਾਂ ਉਸ ਦੇ ਮਨ ਨੂੰ ਹਿਲਾ ਨਹੀਂ ਸਕਦੀਆਂ, ਜਦੋਂ ਉਹ ਗੁਰੂ ਦੀ ਮੱਤ ਲੈ ਕੇ ਆਪੇ ਆਪਣੇ ਆਪ ਨੂੰ ਗਵਾ ਲੈਂਦੇ ਹਨ, ਭਾਵ ਆਪਣੀ ਹਉਮੈ ਨੂੰ ਖਤਮ ਕਰ ਲੈਂਦੇ ਹਨ। ਸੱਚ ਪਛਾਣਿਆ, ਫਿਰ ਉਹਨਾਂ ਨੂੰ ਸੱਚ ਦੀ ਪਹਿਚਾਣ ਹੋ ਜਾਂਦੀ ਹੈ, ਫਿਰ ਉਹ ਆਨੰਦ ਮਾਣਦੇ ਨੇ ਇਸ ਖੇਡ ਦਾ। ਉਹ ਦੁੱਖ 'ਚ ਵੀ ਆਨੰਦ ਮਾਣਦੇ ਨੇ ਕਿ ਦੇਖ ਪ੍ਰਮਾਤਮਾ ਕੀ ਹੋ ਰਿਹਾ ਤੇਰੇ ਹੁਕਮ 'ਚ, ਉਹ ਸੁੱਖ 'ਚ ਵੀ ਆਨੰਦ ਮਾਣਦੇ ਨੇ ਵੀ ਦੇਖ ਕਿਵੇਂ ਲੋਕ ਭੱਜੇ ਫਿਰਦੇ ਨੇ ਸੁੱਖਾਂ ਦੇ ਵਿੱਚ, ਅਤੇ ਦੁੱਖਾਂ ਨੂੰ ਵੀ ਦੇਖ ਕੇ ਉਹ ਹੁੰਦੇ ਨੇ ਵੀ ਦੇਖ ਦੁਨੀਆ ਕਿਵੇਂ ਸੁੱਖ 'ਚ ਵੀ ਭੱਜ ਰਹੀ ਆ, ਦੁੱਖਾਂ 'ਚ ਵੀ ਭੱਜ ਰਹੀ ਆ, ਟਿਕਾਵ ਇਹਨੂੰ ਨਾ ਸੁੱਖ 'ਚ ਆਇਆ ਨਾ ਦੁੱਖ 'ਚ ਆਇਆ। ਸੁੱਖ 'ਚ ਵੀ ਹੜ ਕਰਦੇ ਭੱਜ ਲੈਂਦੇ ਨੇ, ਦੁੱਖ 'ਚ ਵੀ ਕਰਕੇ ਭੱਜ ਲੈਂਦੇ ਆ। ਮਨ ਦੀ ਟਿਕਣ ਅਵਸਥਾ ਕਿਤੇ ਵੀ ਨਹੀਂ ਆਈ। ਸੋਚ ਕੇ ਦੇਖੋ, ਕਿਸ ਨੇ ਘਰੇ ਕੋਈ ਖੁਸ਼ੀ ਹੋਵੇ, ਸੋਚ ਕੇ ਦੇਖੋ ਘਰ ਪਾਣ ਨੂੰ, ਉਸ ਖੁਸ਼ੀ 'ਚ ਵੀ ਮਾੜੀ ਮਾੜੀ ਗੱਲ 'ਤੇ ਖਿਝ ਜਾਂਦੇ ਨੇ, ਫਲਾਣੇ ਨੇ ਐਂ ਕਿਉਂ ਕੀਤਾ, ਫਲਾਣਾ ਆਇਆ ਕਿਉਂ ਨਹੀਂ, ਫਲਾਣਾ ਉਹ ਕਿਉਂ ਨਹੀਂ ਕੀਤਾ। ਮਤਲਬ ਉਹਨੂੰ ਸੁੱਖ ਦੇ ਵਿੱਚ ਵੀ ਚੈਨ ਨਹੀਂ ਹੈ, ਦੁੱਖ 'ਚ ਤਾਂ ਚੱਲ ਕੀ ਹੋਣੀ ਹੈ, ਸੁੱਖ 'ਚ ਵੀ ਉਸ ਦੇ ਮਨ ਦੀ ਅਵਸਥਾ 'ਚ ਚੈਨ ਨਹੀਂ ਹੁੰਦੀ। ਪਰ ਇਹ ਸੱਚ ਜਿਹੜੇ ਹੰਕਾਰ ਨੂੰ ਛੱਡ ਦਿੰਦੇ ਨੇ, ਆਪਾ ਭਾਵ ਗਵਾ ਲੈਂਦੇ ਨੇ ਗੁਰੂ ਦੀ ਮੱਤ ਲੈ ਕੇ, ਉਹ ਇਸ ਚੀਜ਼ ਨੂੰ ਪਹਿਚਾਨ ਲੈਂਦੇ ਨੇ ਸੱਚ ਨੂੰ। ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ, ਪਰਮਾਤਮਾ ਤੇਰਾ ਜੋ ਦਰਬਾਰ ਹੈ, ਭਾਵ ਤੇਰਾ ਜੋ ਦਰਬਾਰ ਜਿੱਥੇ ਲੱਗਦਾ ਹੁੰਦਾ ਨਾ, ਕਿਸੇ ਵੀ ਰਾਜੇ ਦਾ ਦਰਬਾਰ ਲੱਗੇ, ਉੱਥੇ ਵੀ ਗੱਲਾਂ ਬਾਤਾਂ ਹੁੰਦੀਆਂ ਨੇ, ਰੂਲ ਐਂਡ ਰੈਗੂਲੇਸ਼ਨ ਬਣਦੇ ਨੇ, ਠੀਕ ਹੈ ਜੀ। ਫਿਰ ਝੂਠ ਹੋ ਸੱਚ ਦੀ ਪਹਿਚਾਣ ਹੁੰਦੀ ਹੈ, ਭਾਵ ਉੱਥੇ ਹਰ ਫੈਸਲਾ ਸਹੀ ਹੁੰਦਾ। ਤਾਂ ਗੁਰੂ ਜੀ ਕਹਿੰਦੇ ਪ੍ਰਮਾਤਮਾ ਤੇਰਾ ਜੋ ਦਰਬਾਰ ਹੈ ਨਾ, ਜਿਹੜੇ ਤੇਰੇ ਦਰਬਾਰ ਦੇ ਨਿਯਮ ਨੇ, ਇਹ ਬਣ ਰਹੇ ਨੇ, ਇਹ ਸੱਚੇ ਨੇ, ਜੋ ਤੂੰ ਕਰ ਰਿਹਾ ਬਿਲਕੁਲ ਸਹੀ ਕਰ ਰਹੇ ਹੈ, ਬਸ ਗਲਤੀ ਸਾਡੀ ਹੈ, ਅਸੀਂ ਪਹਿਚਾਨ ਨਹੀਂ ਪਾ ਰਹੇ, ਅਸੀਂ ਤੇਰੇ ਉਲਟ ਕੰਮ ਕਰੀ ਜਾ ਰਹੇ ਹਾਂ, ਅਤੇ ਫਿਰ ਦੁਖੀ ਹੋ ਹੀ ਜਾ ਰਹੇ ਹਾਂ। ਸ਼ਬਦ ਨਿਸ਼ਾਨਿਆ, ਪਰ ਜਿਹੜਾ ਇਹ ਸ਼ਬਦ ਹੈ ਨਾ, ਉਹ ਤੇਰੇ ਦਰਬਾਰ ਦੀ ਰਾਹਦਾਰੀ ਹੈ, ਉਹ ਨਿਸ਼ਾਨੀ ਹੈ, ਭਾਵ ਜਿਹੜਾ ਸ਼ਬਦ ਨੂੰ ਗ੍ਰਹਿਣ ਕਰ ਲੈਂਦਾ ਹੈ, ਆਪਣੇ ਅੰਦਰ ਵਸਾ ਲੈਂਦਾ ਹੈ ਗੁਰੂ ਦੇ ਸ਼ਬਦ ਨੂੰ, ਉਹਨੂੰ ਤੇਰਾ ਇਹ ਦਰਬਾਰ ਦਿਸਣਾ ਸ਼ੁਰੂ ਹੋ ਜਾਂਦਾ ਹੈ, ਪਰਮਾਤਮਾ ਦੇ ਨਿਯਮਾਂ ਦੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਦਰਬਾਰ ਦਿਸਦਾ ਨਾ, ਫਿਰ ਮਹਿਸੂਸ ਕਰਦਾ ਵੀ ਸਭ ਕੁਝ ਠੀਕ ਹੋ ਰਿਹਾ, ਇਹ ਤਾਂ ਮੈਂ ਹੀ ਕਲਪੀ ਜਾਂਦਾ, ਮੈਂ ਹੀ ਦੁਖੀ ਹੋਈ ਜਾਂਦਾ, ਮੇਰਾ ਹੀ ਤਰੀਕਾ ਸਹੀ ਨਹੀਂ ਸੀ ਕੁਛ ਕਰਨ ਦਾ, ਪਰ ਜੋ ਹੋ ਰਿਹਾ ਤੇਰਾ ਦਰਬਾਰ ਸਹੀ ਹੋ ਰਿਹਾ ਹੈ, ਇਹ ਸੱਚ ਹੀ ਹੋ ਰਿਹਾ ਹੈ। ਪਰ ਇਹ ਰਾਹਦਾਰੀ, ਇਹ ਸਮਝ ਸ਼ਬਦ ਦੁਆਰਾ ਹੀ ਪੈਂਦੀ ਹੈ। ਸੱਚਾ ਸ਼ਬਦ ਵਿਚਾਰ, ਇਹ ਆਪਾਂ ਗੱਲ ਕਰ ਚੁੱਕੇ। ਜਦੋਂ ਸੱਚੇ ਸ਼ਬਦ ਦੀ ਵਿਚਾਰ ਕਰਦੇ ਹਾਂ, ਸੱਚਾ ਸ਼ਬਦ, ਜਦੋਂ ਸੱਚੇ ਸ਼ਬਦ ਦੀ ਵਿਚਾਰ ਕਰਦੇ ਹਾਂ, ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਸ਼ਬਦ ਨੂੰ ਸੱਚ ਸਮਾਣਿਆ, ਫਿਰ ਅਸੀਂ ਵੀ ਸੱਚ ਵਿੱਚ ਸਮਾ ਜਾਂਦੇ ਹਾਂ, ਭਾਵ ਅਸੀਂ ਵੀ ਸੱਚ ਦਾ ਹੀ ਰੂਪ ਬਣ ਜਾਂਦੇ ਹਾਂ। ਫਿਰ ਅਸੀਂ ਚਾਪਲੂਸੀ, ਠੱਗੀਆਂ, ਬੁਰਾ ਬਿਹੇਵ, ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚ ਫਸਣਾ, ਇਹ ਸਭ ਛੱਡ ਦਿੰਦੇ ਹਾਂ ਅਤੇ ਸੱਚ ਦਾ ਰੂਪ ਹੋ ਜਾ ਕੇ ਇਸ ਜਗਤ ਤਮਾਸ਼ੇ ਦਾ ਆਨੰਦ ਮਾਣਦੇ ਹਾਂ। ਮਨਮੁਖ ਸਦਾ ਕੂੜਿਆਰ ਪਰਮ ਭੁਲਾਨਿਆ, ਪਰ ਮਨ ਦੇ ਮਗਰ ਤੁਰਨ ਵਾਲੇ ਸਦਾ ਝੂਠ ਵਿੱਚ ਹੀ ਗਸੇ ਰਹਿੰਦੇ ਹਨ, ਅਤੇ ਉਹਨਾਂ ਦੇ ਭਰਮ ਵਿੱਚ ਭੁੱਲ ਕੇ ਦੁਖੀ ਹੀ ਹੁੰਦੇ ਰਹਿੰਦੇ ਹਨ। ਸਦਾ ਕੂੜਿਆਰ ਭਾਵ ਹਮੇਸ਼ਾ ਜਿੱਲਤ ਹੀ ਸਹਾਰਦੇ ਨੇ, ਦੁੱਖ ਹੀ ਸਹਾਰਦੇ ਨੇ, ਕਿਉਂਕਿ ਭਰਮ ਦੇ ਵਿੱਚ ਉਲਝਿਆ ਹੁੰਦਾ ਮਨ। ਸਾਡੀ ਅਵਸਥਾ ਉਹੀ ਹੈ ਨਾ, ਸਾਰਾ ਦਿਨ ਦੁਖੀ, ਸਾਰਾ ਦਿਨ ਟੈਨਸ਼ਨਾਂ, ਕਿਉਂ? ਕਿਉਂਕਿ ਭਰਮ 'ਚ ਭੁੱਲੇ ਹੋਏ ਹਾਂ, ਮਨ ਮਗਰ ਲੱਗੇ ਹੋਏ ਹਾਂ, ਤਾਂ ਹੀ ਅਸੀਂ ਦੁਖੀ ਹਾਂ, ਤਾਂ ਹੀ ਮਨ ਸਥਿਰ ਅਵਸਥਾ ਵਿੱਚ ਨਹੀਂ ਆਉਂਦਾ।
ਵਿਸ਼ਟਾ ਅੰਦਰ ਵਾਸ। ਵਿਸ਼ਟਾ ਵਿਸ਼ਟਾ ਮਤਲਬ ਗੰਦਗੀ ਨੂੰ ਵਿਸ਼ਟਾ ਕਹਿੰਦੇ ਨੇ ਜੀ। ਸਾਡਾ ਸਾਰਾ ਦਿਨ ਗੰਦਗੀ ਵਿੱਚ ਹੀ ਵਾਸ ਬਣਿਆ ਰਹਿੰਦਾ। ਗੰਦੀਆਂ ਫਿਲਮਾਂ, ਗੰਦੇ ਨਾਟਕ, ਟੀਵੀ ਦੇਖੀ ਜਾਣਾ, ਹੋਰ ਚੀਜ਼ਾਂ ਦੇਖੀ ਜਾਣੀਆਂ, ਗੰਦੀਆਂ ਗੱਲਾਂ, ਭਾਵ ਸਹੀ ਗੱਲਾਂ ਜੋ ਗੁਰਬਾਣੀ ਅਨੁਸਾਰ ਨਹੀਂ ਹਨ, ਹੈ ਨਾ। ਸਾਡਾ ਵਾਸ ਇਹਨਾਂ ਚੀਜ਼ਾਂ ਵਿੱਚ ਹੀ ਬਣਿਆ ਰਹਿੰਦਾ, ਅਸੀਂ ਇਹਨਾਂ ਵਿੱਚ ਹੀ ਖੁੱਬੇ ਰਹਿੰਦੇ ਹਾਂ। ਸਾਧ ਨਾ ਜਾਣਿਆ, ਸਾਧ ਨਾ ਜਾਣਿਆ, ਅਸੀਂ ਆਨੰਦ ਨੂੰ ਸਮਝ ਹੀ ਨਹੀਂ ਪਾਉਂਦੇ। ਜੋ ਸ਼ਬਦ ਦਾ ਆਨੰਦ ਹੈ ਨਾ, ਉਸ ਨੂੰ ਸਮਝ ਹੀ ਨਹੀਂ ਪਾਉਂਦੇ। ਵਿਨ ਨਾਵੈ ਦੁਖ ਪਾਏ ਆਵਨ ਜਾਣਿਆ। ਬਿਨਾਂ ਗੁਰੂ ਦੇ ਨਾਮ ਤੋਂ, ਨਾਮ ਦਾ ਮਤਲਬ ਆਪਾਂ ਪਹਿਲਾਂ ਵੀ ਡਿਸਕਸ ਕੀਤਾ, ਨਾਮ ਦਾ ਮਤਲਬ ਗੁਰੂ ਦੀ ਸਿੱਖਿਆ, ਪਰਮਾਤਮਾ ਦਾ ਹੁਕਮ, ਪਰਮਾਤਮਾ ਦੇ ਨਿਯਮ ਨੂੰ ਅੰਦਰ ਵਸਾਉਣਾ, ਇਹ ਨਾਮ ਹੈ ਗੁਰੂ ਦਾ। ਜੇ ਨਾਮ ਦੇ ਵਿੱਚ ਅਸੀਂ ਸਿੱਖਿਆਵਾਂ 'ਤੇ ਚੱਲਾਂਗੇ ਤਾਂ ਬਚ ਨਹੀਂ। ਵਿਨ ਨਾਵੈ, ਬਿਨਾਂ ਸਿੱਖਿਆਵਾਂ 'ਤੇ ਚੱਲਿਆਂ ਦੁੱਖ ਪਾਏ, ਦੁੱਖ ਪਾਉਂਦੇ ਹਾਂ। ਆਵਨ ਜਾਣਿਆ, ਤੇ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਨਾਨਕ ਪਾਰਖ ਆਪ। ਨਾਨਕ ਜੀ ਕਹਿੰਦੇ ਨੇ ਪਰਖਣ ਵਾਲਾ ਪ੍ਰਭੂ ਹੈ ਕਿ ਤੂੰ ਸੱਚ ਹੈ ਜਾਂ ਝੂਠ ਹੈ। ਉਹ ਸਾਡੀ ਮਨਸਾ, ਸਾਡੇ ਕਹਿਣ ਦੀ ਗੱਲ 'ਤੇ ਪ੍ਰਭਾਵਿਤ ਕਰਦਾ। ਪ੍ਰਮਾਤਮਾ ਜਾਣਦਾ ਨਾ ਅੰਦਰਲੇ ਨੂੰ ਵੀ, ਕਹਿੰਦੇ ਇਹਨੇ ਬੋਲਿਆ, ਅਗਲਾ ਕਹਿੰਦਾ ਜੀ ਇਹਨੇ ਬੋਲਿਆ, ਸੱਚ ਬੋਲਿਆ। ਉਹਨੇ ਕਿਸ ਤਰੀਕੇ ਨਾਲ, ਕਿਹੜੀ ਭਾਵਨਾ ਨਾਲ ਬੋਲਿਆ, ਤਾਂ ਪ੍ਰਮਾਤਮਾ ਜਾਣਦਾ, ਜੋ ਆਪ ਜਾਣਦਾ। ਉਹ ਪਰਖ ਕਰ ਲੈਂਦਾ ਵੀ ਇਹਨੇ ਬੋਲਿਆ ਤਾਂ ਸੀ, ਪਰ ਬੋਲਿਆ ਕਿਸ ਤਰੀਕੇ ਨਾਲ ਸੀ। ਖੁੰਦਕ 'ਚ ਬੋਲਿਆ ਸੀ ਜਾਂ ਕਿਸੇ ਦਾ ਭਲਾ ਕਰਨ ਵਾਸਤੇ ਬੋਲਿਆ ਸੀ। ਕਈ ਵਾਰ ਭਲਾ ਕਰਨ ਵਾਸਤੇ ਝੂਠ ਬੋਲਿਆ ਵੀ ਪ੍ਰਮਾਤਮਾ ਸੱਚ ਕਰ ਦਿੰਦਾ ਹੈ। ਉਹਨੂੰ ਪਤਾ ਵੀ ਇਹ ਕਿਸੇ ਦੀ ਮਦਦ ਵਾਸਤੇ, ਸੱਚ ਨਾਲ ਖੜਨ ਵਾਸਤੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਉੱਚਦੇ ਪੀਰ ਬਣ ਕੇ ਨਿਕਲੇ ਨੇ, ਤਾਂ ਨਬੀ ਗਾਂਗੜੀ ਖਾਣੇ ਕਹਿੰਦੇ ਉੱਚਦੇ ਪੀਰ ਨੇ ਇਹ। ਜੇ ਦੁਨਿਆਵੀ ਤਰੀਕੇ ਨਾਲ ਗੱਲ ਕਰੀਏ ਝੂਠ ਸੀ, ਪਰ ਅਸਲ 'ਚ ਉਹ ਸੱਚ ਸੀ। ਹੈ ਤਾਂ ਉੱਚਦੇ ਪੀਰੇ ਸੀ ਉਹ, ਪਰ ਜੇ ਆਪਾਂ ਗੱਲ ਕਰੀਏ ਉਹਦੀ ਗੰਗੂ ਬਾਮਨ ਦੀ, ਉਹਨੇ ਸੱਚ ਬੋਲਿਆ ਸੀ। ਮੇਰੇ ਘਰੇ ਸਾਹਿਬਜ਼ਾਦੇ ਹੈਗੇ ਨੇ, ਮਾਤਾ ਮੇਰੇ ਘਰੇ ਬੈਠੀ ਹੈ। ਬੋਲਿਆ ਤਾਂ ਪਰ ਉਹਨੇ ਸੱਚ ਸੀ, ਪਰ ਉਹਦੇ ਅੰਦਰ ਤਾਂ ਝੂਠ ਸੀ ਨਾ, ਅੰਦਰ ਤਾਂ ਲਾਲਚ ਸੀ ਨਾ। ਤਾਂ ਬੋਲੇ ਹੋਏ ਸ਼ਬਦਾਂ ਦੀ ਗੱਲ ਨਹੀਂ ਹੈ, ਤੁਹਾਡੇ ਅੰਦਰ ਭਾਵਨਾ ਕੈਸੀ ਉਹਨਾਂ ਨੂੰ ਬੋਲਣ ਲੱਗੇ, ਉਹ ਪ੍ਰਮਾਤਮਾ ਉਹਦੀ ਪਰਖ ਕਰਦਾ ਹੈ। ਹਮੇਸ਼ਾ ਇਹ ਗੱਲ ਦਾ ਖਿਆਲ ਰੱਖਣਾ ਆਪਾਂ ਨੇ, ਉਹ ਸਭ ਜਾਣਦਾ ਹੈ। ਖੋਟਾ ਜਿਨ ਖੋਟਾ ਖਰਾ ਪਛਾਣਿਆ। ਦੇਖੋ ਅਗਲੀ ਤੁਕ ਵੀ ਉਹੀ ਆਈ ਨਾ, ਵੀ ਉਹ ਖੋਟੇ ਖਰਿਆਂ ਨੂੰ ਚੰਗੀ ਤਰ੍ਹਾਂ ਪਹਿਚਾਣਦਾ ਵੀ ਇਹ ਚਲਾਕੀਆਂ ਕਰਦਾ ਹੈ, ਇਹ ਚਤੁਰਾਈਆਂ ਕਰਦਾ ਹੈ, ਕੀ ਕਰ ਰਿਹਾ ਹੈ, ਇਹ ਸ਼ਬਦਾਂ ਦੇ ਜਾਲ ਨੂੰ ਕਿਵੇਂ ਬੁਣ ਰਿਹਾ ਹੈ, ਉਹ ਸਮਝਦਾ ਹੈ। ਆਮ ਬੰਦਾ ਤਾਂ ਉਲਝ ਜਾਂਦਾ ਸ਼ਬਦਾਂ ਦੇ ਜਾਲ 'ਚ, ਪਰ ਪਰਮਾਤਮਾ ਇਸ ਚੀਜ਼ ਦੀ ਪਰਖ ਕਰਦਾ ਹੈ। ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਅਸੀਂ ਸੱਚਮੁੱਚ ਗੁਰੂ ਦੇ ਸਨਮੁਖ ਹੋਈਏ, ਆਪਾ ਭਾਵ ਗਵਾਈਏ, ਜੀਵਨ ਦੇ ਆਨੰਦ ਨੂੰ ਮਾਣੀਏ, ਮਨ ਮੁੱਖ ਦੇ ਮਗਰ ਲੱਗਣਾ ਬੰਦ ਕਰੀਏ, ਮਨ ਦੇ ਮਗਰ ਲੱਗਣਾ। ਕਿਉਂਕਿ ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਅਤੇ ਖਰਾ ਕੌਣ ਹੈ। ਅਸੀਂ ਪ੍ਰਭੂ ਦੇ ਦਰਬਾਰ ਦੀ ਪਹਿਚਾਣ ਕਰ ਸਕੀਏ, ਐਸੀ ਕਿਰਪਾ ਗੁਰੂ ਸਾਡੇ 'ਤੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।